ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਹਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਗਰੀਬ ਨਵਾਜ ਸ਼ਹਿਨਸ਼ਾਹ ਚਵਰ ਛਤਰ ਤਖਤ ਦੇ ਮਾਲਕ ਕਿਰਪਾਲੂ ਦਿਆਲੂ ਸਰਬ ਕਲਾ ਸਮਰੱਥ 10 ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਪਿਤਾ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਸਾਹਿਬ ਜੀ ਦੀਆਂ ਮਹਾਨ ਬਖਸ਼ਿਸ਼ਾਂ ਨੂੰ ਮੰਨਦਿਆਂ ਹੋਇਆ ਅੰਮ੍ਰਿਤ ਵੇਲੇ ਤੋਂ ਸਾਹਿਬ ਦੇ ਦੀਦਾਰ ਕਰਦਿਆਂ ਬਖਸ਼ਿਸ਼ ਪ੍ਰਾਪਤ ਕਰਦਿਆਂ ਗਰੀਬ ਨਵਾਜ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਸਰੀਰ ਕਰਕੇ ਸੁਰਤ ਕਰਕੇ ਜੁੜ ਰਹੇ ਗੁਰੂ ਸਵਾਰੇ ਖਾਲਸਾ ਜੀ, ਆਓ ਕੁਝ ਸਮਾਂ ਕਰਤੇ ਦੀ ਸਿਫਤ ਵੱਡੇ ਦੀ ਵਡਿਆਈ ਕਰਨ ਦਾ ਯਤਨ ਕਰੀਏ। ਅਰਦਾਸ ਕਰੋ ਕਿ ਮਾਲਕ ਸਾਹਿਬ ਜੀ ਕਲਯੁਗੀ ਜੀਵਾਂ ਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ। ਸਾਹਿਬ ਜੀ ਕੁਝ ਕਹਿਣ ਦਾ ਕੁਝ ਸੁਣਨ ਦਾ ਬਲ ਬਖਸ਼ੋ। ਆਓ ਜਿੱਥੇ ਵੀ ਕੋਈ ਭਾਵਨਾ ਨਾਲ ਜਿਸ ਵੀ ਰੂਪ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਲਕ ਦੀ ਪਾਵਨ ਹਜ਼ੂਰੀ ਅੰਦਰ ਗੁਰੂ ਕੇ ਪਿਆਰਿਆਂ ਤੋਂ ਵੱਖ-ਵੱਖ ਰੂਪ ਅੰਦਰ ਗੁਰੂ ਕੀ ਵਡਿਆਈ ਸਿਫਤ ਆਪਾਂ ਸਰਵਣ ਕੀਤੀ ਹੈ। ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਸੌੜੀਆਂ, ਉਹਨਾਂ ਦੇ ਕਵਿਸ਼ਰੀ ਜਥੇ ਨੇ ਭਾਈ ਸਾਹਿਬ ਭਾਈ ਮੋਤੀ ਰਾਮ ਜੀ ਮਹਿਰਾ, ਉਹਨਾਂ ਦੇ ਪਾਵਨ ਜੀਵਨ ਦਾ ਇੱਕ ਪੱਖ ਜਿਹੜਾ ਸੀ ਬੜੇ ਸੰਖੇਪ ਰੂਪ ਵਿੱਚ ਸਾਡੇ ਸਾਹਮਣੇ ਰੱਖਿਆ ਹੈ। ਥੋੜ੍ਹਾ ਜਿਹਾ ਇਤਿਹਾਸ ਦੀ ਉਸ ਲੜੀ ਨੂੰ ਟੱਚ ਕਰਦੇ ਹਾਂ। ਮੈਂ ਗੱਲ ਸ਼ੁਰੂ ਕਰਾਂ ਤਾਂ ਮੇਰੇ ਜ਼ਿਹਨ ਵਿੱਚ ਇੱਕ ਖਿਆਲ ਆ ਰਿਹਾ ਸੀ ਕਿ ਜਿਵੇਂ ਭਾਈ ਸਾਹਿਬ ਭਾਈ ਮੋਤੀ ਰਾਮ ਜੀ ਨੇ ਇਸ ਘਾਲਣਾ ਨੂੰ ਕਮਾਇਆ ਅਤੇ ਅਖੀਰ ਜੇ ਦੁਨਿਆਵੀ ਤੌਰ 'ਤੇ ਵੇਖਿਆ ਜਾਵੇ ਤਾਂ ਪ੍ਰਾਪਤੀ ਕੀ ਹੁੰਦੀ ਹੈ। ਦੁਨਿਆਵੀ ਤੌਰ 'ਤੇ ਆਮ ਲੋਕ ਤਾਂ ਸ਼ਬਦ ਕਹਿਣਗੇ ਕਿ ਇੱਕ ਪਾਸੇ ਸੇਵਾ ਕੀਤੀ ਅਤੇ ਦੂਜੇ ਪਾਸੇ ਮੌਤ ਪ੍ਰਾਪਤ ਹੋਈ। ਦੁਨਿਆਵੀ ਲੋਕਾਂ ਦੀ ਨਿਗਾਹ ਵਿੱਚ ਵੇਖੋਗੇ ਤੇ ਧਰਮੀ ਲੋਕਾਂ ਦੀ ਨਿਗਾਹ ਵਿੱਚ ਵੇਖੋਗੇ ਤਾਂ ਸਾਹਿਬ ਦੀ ਬਾਣੀ ਅੰਦਰ ਇੱਕ ਬੜਾ ਪਿਆਰਾ ਬਚਨ ਜਦੋਂ ਅਸੀਂ ਪੜ੍ਹਦੇ ਹਾਂ ਕਿ ਸੰਸਾਰ ਦੇ ਉੱਤੇ ਜਿੰਨੇ ਵੀ ਆਏ ਆ, ਜਦੋਂ ਸਾਹਿਬ ਕਹਿੰਦੇ ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਇੱਕ ਦਿਨ ਸਾਰਿਆਂ ਨੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇੱਕ ਦਿਨ ਸਾਰਿਆਂ ਨੇ ਸੰਸਾਰ ਤੋਂ ਸਮੇਂ ਦੇ ਨਾਲ ਆਪਣਾ ਪੰਧ ਸਫ਼ਰ ਪੂਰਾ ਕਰਕੇ ਤੁਰ ਜਾਣਾ ਹੈ। ਪਰ ਸਭ ਤੋਂ ਵੱਡਾ ਸੰਸਾਰ 'ਤੇ ਆ ਕੇ ਜਾਣ ਦਾ ਫਰਕ ਜਿਹੜਾ ਹੈ ਉਹ ਜਿਸ ਤਰ੍ਹਾਂ ਆਪਾਂ ਪ੍ਰਸੰਗ ਸੁਣਿਆ ਕਿ ਬਾਬਾ ਮੋਤੀ ਰਾਮ ਜੀ ਦੇ ਜੀਵਨ 'ਚ ਮੈਨੂੰ ਮਹਿਸੂਸ ਹੋਇਆ ਕਿ ਜਾਣਾ ਤਾਂ ਸਾਰਿਆਂ ਨੇ ਹੈ, ਮਰਨਾ ਤਾਂ ਸਾਰਿਆਂ ਨੇ ਹੈ, ਪਰ ਜਿਹੜੀ ਗੁਰੂ ਕੀ ਸੇਵਾ ਹੈ ਨਾ, ਜਿਹਨੂੰ ਅਸੀਂ ਬਚਨ ਪੜ੍ਹਦੇ ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖਸਾਰ, ਕਿ ਗੁਰੂ ਪੀਰਾਂ ਦੀ ਜਿਹੜੀ ਸੇਵਾ ਹੈ ਨਾ ਇਹ ਬੜੀ ਔਖੀ ਹੈ, ਬੜੀ ਕਠਿਨ ਹੈ। ਇਹ ਭਾਵੇਂ ਕਿਸੇ ਵੀ ਰੂਪ ਵਿੱਚ ਕਰਨੀ ਹੋਵੇ, ਭਾਵੇਂ ਲੰਗਰ ਦੇ ਵਿੱਚ ਵੀ ਸੇਵਾ ਕਰਨੀ ਆ, ਇਹ ਕੋਈ ਸੌਖੀ ਗੱਲ ਨਹੀਂ। ਸਾਨੂੰ ਵੇਖਣ ਨੂੰ ਲੱਗੇਗਾ ਵੀ ਬਰਤਨ ਹੀ ਸਾਫ਼ ਕਰਨੇ ਕਿੱਡੀ ਕੁ ਔਖੀ ਗੱਲ ਹੈ।
ਝਾੜੂ ਹੀ ਮਾਰਨਾ, ਲੰਗਰ ਹੀ ਵਰਤਾਉਣਾ, ਪ੍ਰਸ਼ਾਦੇ ਹੀ ਬਣਾਉਣੇ ਆ, ਕਿੱਡੀ ਕੁ ਔਖੀ ਗੱਲ ਹੈ। ਪਰ ਜੇ ਤੁਸੀਂ ਤਰੀਕੇ ਦੇ ਨਾਲ ਕਦੀ ਸੇਵਾ ਕਰਨ ਵਾਲੇ ਨੂੰ ਪੁੱਛ ਕੇ ਦੇਖੋਗੇ ਤਾਂ ਸੇਵਾ ਬੜੀ ਕਠਿਨ ਹੈ। ਗੁਰੂ ਕੀ ਸੇਵਾ ਜਿਹੜੀ ਹੈ, ਇਹਨੂੰ ਤੇ ਬਚਨ ਪੜ੍ਹਦੇ ਕਿ ਤਪਾਂ ਸਿਰ ਤਪ ਸਾਰ, ਇਹ ਤਪਾਂ ਦਾ, ਤਪੱਸਿਆ ਦਾ ਵੀ ਮਹਾਨ ਤਪ ਹੈ ਗੁਰੂ ਕੀ ਸੇਵਾ ਜਿਹੜੀ ਹੈ। ਪਰ ਖੈਰ ਜਦੋਂ ਅਸੀਂ ਦੇਖਦੇ ਹਾਂ ਨਾ, ਬਾਣੀ 'ਚ ਇੱਕ ਪਿਆਰਾ ਬਚਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਦੇਖੋ, ਸੰਸਾਰ ਦੇ ਉੱਤੇ ਹਰ ਕੋਈ ਆਉਂਦਾ ਹੈ, ਹਰ ਕੋਈ ਜਾਂਦਾ ਹੈ, ਪਰ ਜੇਕਰ ਸਾਹਿਬ ਮਨਹੁ ਨ ਵਿਸਰੈ ਤਾਂ ਸਹਿਲਾ ਮਰਨਾ ਹੋਏ। ਭਗਤ ਜੀ ਪਿਆਰਾ ਬਚਨ ਕਰਦੇ, ਕਿਆ ਜਾਣਾ ਕਿਵ ਮਰਹਿੰਗੇ ਕੈਸਾ ਮਰਨਾ ਹੋਏ। ਸਾਨੂੰ ਕੁਛ ਨਹੀਂ ਪਤਾ ਆਪਾਂ ਕਿਵੇਂ ਮਰਨਾ ਹੈ, ਕਿਸੇ ਨੂੰ ਨਹੀਂ ਪਤਾ। ਸਾਡੇ ਜਨਮ ਦਾ ਵੀ ਸਾਨੂੰ ਨਹੀਂ ਪਤਾ। ਸਾਡੇ ਜਨਮ ਤੋਂ ਬਾਅਦ ਮਾਂ ਪਿਓ ਦੱਸਦੇ ਨੇ ਕਿ ਜਦੋਂ ਤੂੰ ਪੈਦਾ ਹੋਇਆ ਸੀ, ਤੇਰੇ ਬਚਪਨ ਦੀਆਂ ਖੇਡਾਂ ਇਸ ਤਰ੍ਹਾਂ ਸੀ, ਤੂੰ ਨਿੱਕਾ ਹੁੰਦਾ ਇੰਜ ਕਰਦਾ ਸੀ, ਤੂੰ ਇਹ ਸ਼ਰਾਰਤਾਂ ਕਰਦਾ ਸੀ, ਜਦੋਂ ਤੇਰਾ ਜਨਮ ਹੋਇਆ ਤੂੰ ਇਸ ਤਰ੍ਹਾਂ ਦਾ ਸੀ। ਆਪਾਂ ਨੂੰ ਆਪਦੇ ਜਨਮ ਬਾਰੇ ਕੁਛ ਨਹੀਂ ਪਤਾ ਗਾ। ਜਦੋਂ ਅਸੀਂ ਮਰਨਾ ਹੈ, ਨਾ ਅਸੀਂ ਆਪਣੀ ਮੌਤ ਨੂੰ ਹੀ ਵੇਖਣਾ, ਨਾ ਅਸੀਂ ਆਪਣਾ ਜਨਮ ਵੇਖਿਆ, ਨਾ ਅਸੀਂ ਆਪਣੀ ਮੌਤ ਵੇਖਣੀ ਆ। ਤੇ ਕਮਾਲ ਦੀ ਗੱਲ ਇਹ ਹੈ, ਜਿਵੇਂ ਨਾ ਇੱਕ ਦਿਨ ਇੱਕ ਕਿਤਾਬ ਪੜ੍ਹ ਰਿਹਾ ਸੀ, ਉਹਨੇ ਬੜਾ ਸੋਹਣਾ ਇੱਕ ਬੋਲ ਲਿਖਿਆ, ਕਹਿੰਦਾ ਵੀ ਜੀਵਨ ਜਿਹੜਾ ਨਾ ਇੱਕ ਚਾਨਣ ਦੀ ਕੋਠੜੀ ਦੇ ਵਿੱਚੋਂ ਨਿਕਲ ਕੇ ਤੇ ਇੱਕ ਹਨੇਰੇ ਦੀ ਕੋਠੜੀ ਤੱਕ ਜਾਣਾ, ਉਹਦੇ ਦਰਮਿਆਨ ਦਾ ਜਿਹੜਾ ਫਾਸਲਾ ਹੈ ਇਹ ਜੀਵਨ ਹੈ। ਚਾਨਣ ਦੀ ਕੋਠੜੀ ਭਾਵ ਸੀ ਪਰਮ ਪਿਤਾ ਪਰਮਾਤਮਾ ਦੀ ਜੋਤ ਬਣ ਕੇ, ਉਹਦੀ ਅੰਸ਼ ਬਣ ਕੇ ਮਾਤ ਗਰਭ ਵਿੱਚ ਆ ਕੇ ਸੰਸਾਰ ਤੇ ਆਏ। ਹਨੇਰੇ ਦੀ ਕੋਠੜੀ ਇੰਜ ਕਹਿ ਲਓ ਕਿ ਜਦੋਂ ਅਸੀਂ ਉਸ ਮੌਤ ਦੇ ਮੂੰਹ ਵਿੱਚ ਜਾਣਾ ਹੈ, ਆਖਰ ਤੇ ਸਾਡਾ ਜੀਵਨ ਹਨੇਰੇ ਵੱਲ ਹੀ ਹੈ। ਕੋਈ ਹੈ ਜਿਹਦਾ ਜੀਵਨ ਪ੍ਰਕਾਸ਼ਮਈ ਹੈ। ਚਾਨਣ ਦੀ ਕੋਠੜੀ ਚੋਂ ਨਿਕਲ ਕੇ ਹਨੇਰੇ ਦੀ ਕੋਠੜੀ ਤੱਕ ਜਾਣਾ, ਇਹਦੇ ਦਰਮਿਆਨ ਜਿਹੜਾ ਸਫ਼ਰ ਹੈ ਇਹ ਜ਼ਿੰਦਗੀ ਹੈ। ਇਹਨੂੰ ਹੁਣ ਤੂੰ ਵੇਖ ਵੀ ਤੂੰ ਕਿਸ ਤਰ੍ਹਾਂ ਜਿਉਣਾ ਹੈ। ਇੱਕ ਵਿਦਵਾਨ ਦੇ ਬੋਲ ਪੜ੍ਹੇ, ਉਹਨੇ ਵੀ ਬੜੀ ਸੋਹਣੀ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ, ਮੋਹਰ ਲਾ ਕੇ ਇੱਕ ਸ਼ਬਦ ਕਿਹਾ। ਉਹ ਕਹਿੰਦਾ ਅਸੀਂ ਮਿੱਟੀ ਦੇ ਬਣੇ ਆ। ਇਹ ਤੇ ਹਰ ਧਰਮ ਹੀ ਇਸ ਗੱਲ ਨੂੰ ਮੰਨਦਾ ਵੀ ਇਨਸਾਨ ਮਿੱਟੀ ਦਾ ਬਣਿਆ, 5 ਤੱਤਾਂ ਦਾ। ਭਾਵੇਂ ਕੋਈ ਇਸਲਾਮ ਵਾਲਾ ਹੈ, ਭਾਵੇਂ ਕੋਈ ਹਿੰਦੂ ਧਰਮ ਹੈ। ਗੁਰੂ ਨਾਨਕ ਦੀ ਬਾਣੀ ਤਾਂ ਵਾਰ-ਵਾਰ ਹੀ ਸਾਨੂੰ ਕਹਿ ਰਹੀ ਹੈ। ਉਹ ਵਿਦਵਾਨ ਕਹਿ ਰਿਹਾ ਹੈ ਵੀ ਅਸੀਂ ਮਿੱਟੀ ਤੋਂ ਬਣੇ ਆ, ਮਿੱਟੀ ਦੇ ਪੁਤਲੇ ਆ, ਤੇ ਅਸੀਂ ਖਾਕ ਤੱਕ ਦਾ ਸਫ਼ਰ ਤੈਅ ਕਰਨਾ ਹੈ। ਅਸੀਂ ਖਾਕ ਬਣਨਾ ਇੱਕ ਦਿਨ, ਸਾਰਿਆਂ ਨੇ ਸਵਾਹ ਬਣਨਾ ਇੱਕ ਦਿਨ। ਆਖਰ ਸੰਸਕਾਰ ਹੋਏਗਾ ਤੇ ਸੰਸਕਾਰ ਤੋਂ ਬਾਅਦ ਕੋਈ ਇਹ ਨਹੀਂ ਕਹੇਗਾ ਵੀ ਇਹਦੇ ਸਿਵੇ ਦੀ ਮਿੱਟੀ ਚੁੱਕ ਲਓ। ਲੋਕ ਕਹਿਣਗੇ ਇਹਦੀ ਸਵਾਹ ਇਕੱਠੀ ਕਰ ਲਓ, ਇਹਦੀ ਰਾਖ ਇਕੱਠੀ ਕਰ ਲਓ। ਮਿੱਟੀ ਤੋਂ ਸ਼ੁਰੂ ਹੋਏ ਆ, ਸਵਾਹ ਬਣਨਾ ਹੈ। ਤੇ ਉਹ ਕਹਿੰਦਾ ਵੀ ਇਸ ਮਿੱਟੀ ਤੋਂ ਸਵਾਹ ਤੱਕ ਦਾ ਜਿਹੜਾ ਤੇਰਾ ਜੀਵਨ ਹੈ, ਇਸ ਜੀਵਨ ਨੂੰ ਖੋਦ, ਇਸ ਜੀਵਨ ਨੂੰ ਪੁੱਟ। ਤੇ ਜਿਵੇਂ ਧਰਤੀ ਦੇ ਵਿੱਚੋਂ ਹੀਰੇ ਨਿਕਲਦੇ ਨੇ, ਕੋਲੇ ਦੀਆਂ ਖਾਨਾਂ ਚੋਂ ਖੋਦਣ ਵਾਲੇ ਬੜਾ ਕੁਝ ਪ੍ਰਾਪਤ ਕਰਦੇ ਨੇ, ਇਸ ਜੀਵਨ ਨੂੰ ਚੰਗੀ ਤਰ੍ਹਾਂ ਖੋਦ ਲਈ, ਇੰਨੇ ਸਮੇਂ ਵਿੱਚ ਪੁੱਟ ਲਈ, ਤੈਨੂੰ ਇਸ ਜੀਵਨ ਵਿੱਚੋਂ ਨਾਮ ਰੂਪੀ ਰਤਨ ਤੇ ਹੀਰੇ ਜਿਹੜੇ ਪ੍ਰਾਪਤ ਹੋ ਜਾਣਗੇ। ਸੋ ਭਾਵ ਕਿ ਜਾਣਾ ਤੇ ਇੱਕ ਦਿਨ ਸਾਰਿਆਂ ਨੇ ਹੈ, ਪਰ ਕਿਆ ਜਾਣਾ ਕਿਵੇਂ ਮਰਾਂਗੇ, ਕੀ ਪਤਾ ਸਾਡੀ ਮੌਤ ਕਿਸ ਤਰ੍ਹਾਂ ਹੋਣੀ ਹੈ, ਕਿੱਥੇ ਹੋਣੀ ਹੈ, ਕਿਸ ਤਰੀਕੇ ਹੋਣੀ ਹੈ, ਕੋਈ ਹੋਏਗਾ ਕੋਲ, ਨਹੀਂ ਹੋਏਗਾ, ਕਿੱਧਰ ਜਾਵਾਂਗੇ, ਕਿੱਧਰ ਨਹੀਂ ਜਾਵਾਂਗੇ। ਪਰ ਭਗਤ ਸਾਹਿਬ ਜੀ ਕਹਿੰਦੇ ਇੱਕ ਗੱਲ ਧਿਆਨ ਰੱਖੀ, ਜੇਕਰ ਸਾਹਿਬ ਮਨਹੁ ਨ ਵਿਸਰੈ, ਜੇ ਪਰਮਾਤਮਾ ਮਨ ਚੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਤੇਰਾ ਮਰਨਾ ਜਿਹੜਾ ਉਹ ਸੋਹਣਾ ਹੈ, ਤੇਰਾ ਮਰਨਾ ਸ਼ੋਭਨੀਕ ਹੈ, ਤੇਰਾ ਮਰਨਾ ਜਿਹੜਾ ਪ੍ਰਵਾਨ ਹੈ, ਤੇਰਾ ਮਰਨਾ ਜਿਹੜਾ ਸੰਸਾਰ ਦੇ ਉੱਤੇ ਸਦਾ ਵਾਸਤੇ ਕਾਇਮ ਦਾਇਮ ਰਹਿ ਜਾਏਗਾ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਬਾਬਾ ਮੋਤੀ ਰਾਮ ਜੀ ਦੇ ਜੀਵਨ ਨੂੰ ਜਦੋਂ ਦੇਖਦੇ ਹਾਂ, ਤੇ ਜੇਕਰ ਸਾਹਿਬ ਮਨਹੁ ਨ ਵਿਸਰੈ ਦੀ ਦਾਸਤਾਨ ਜਿਹੜੀ ਉਹਨਾਂ ਦੇ ਜੀਵਨ 'ਚ ਦਿਸ ਰਹੀ ਹੈ ਕਿ ਜਿਉਂਦਿਆਂ ਵੀ ਗੁਰੂ ਗੁਰੂ, ਆਖਰੀ ਸਮੇਂ ਵੀ ਗੁਰੂ ਪਰਿਵਾਰ ਦੀ ਸੇਵਾ, ਤੇ ਜਿਸ ਦਿਨ ਸ਼ਹਾਦਤ ਹੈ ਉਸ ਦਿਨ ਵੀ ਗੁਰੂ ਗੁਰੂ ਹੀ ਜਪਿਆ ਜਾ ਰਿਹਾ ਹੈ। ਸ਼ਹੀਦਾਂ ਦਾ ਪਰਿਵਾਰ, ਮੈਂ ਇੱਕ ਦਿਨ ਇੱਕ ਛੋਟੀ ਜੀ ਘਟਨਾ ਪੜ੍ਹ ਰਿਹਾ ਸੀ, ਤੇ ਬੜੀ ਸੋਹਣੀ ਇੱਕ ਸਾਖੀ ਲਿਖੀ, ਇੱਕ ਉਹ ਘਟਨਾ ਕਹਿ ਲਓ, ਉਹਨੂੰ ਕਹਾਣੀ ਕਹਿ ਲਓ। ਫਕੀਰ ਨੂੰ ਰਾਹ 'ਤੇ ਬੈਠਾ ਤੇ ਕਿਸੇ ਰਾਹੀ ਨੇ ਇੱਕਦਮ ਪੁੱਛ ਲਿਆ, ਕਹਿੰਦਾ ਬਾਬਾ ਇਹ ਰਸਤਾ ਜਿਹੜਾ ਸੇਫ ਹੈ, ਸੁਰੱਖਿਅਤ ਹੈ, ਇਸ ਰਸਤੇ ਦੇ ਉੱਤੇ ਕੋਈ ਡਰ ਤਾਂ ਨਹੀਂ, ਕੋਈ ਭੈ ਤਾਂ ਨਹੀਂ, ਕੋਈ ਚਿੰਤਾ ਤਾਂ ਨਹੀਂ, ਜਿਵੇਂ ਆਪਾਂ ਰਾਹ ਜਾਂਦੇ ਨੂੰ ਆਮ ਹੀ ਪੁੱਛ ਲੈਂਦੇ ਆ। ਤੇ ਫਕੀਰ ਨੇ ਇੱਕ ਗੱਲ ਕਹੀ, ਕਹਿੰਦਾ ਵੀ ਇਹ ਰਸਤੇ ਤੇ ਅੱਜ ਤੱਕ ਕੋਈ ਸੁਰੱਖਿਅਤ ਨਹੀਂ ਲੰਘਿਆ। ਤੇ ਉਹ ਸਾਹਮਣੇ ਵਾਲਾ ਬੰਦਾ ਬੜਾ ਡਰ ਗਿਆ ਵੀ ਇੱਕ ਤਾਂ ਮੈਂ ਹੈ ਇਕੱਲਾ, ਇੱਕ ਰਾਹੀ ਆ, ਬਗਾਨਾ ਥਾਂ ਵਾਂ, ਤੇ ਫਕੀਰਾ ਤੂੰ ਮੈਨੂੰ ਡਰਾਈ ਜਾਂਦਾ। ਉਹ ਕਹਿੰਦਾ ਵੀ ਅੱਜ ਤੱਕ ਇੱਥੋਂ ਕੋਈ ਬਚ ਕੇ ਗਿਆ? ਤੇ ਫਕੀਰ ਫਿਰ ਕਹਿੰਦਾ ਵੀ ਅੱਜ ਤੱਕ ਇਸ ਰਸਤੇ ਤੋਂ ਕੋਈ ਬਚ ਕੇ ਨਹੀਂ ਲੰਘਿਆ। ਹਾਂ ਇੱਕ ਵੇਖਿਆ
ਜਿਹੜਾ ਇਸ ਰਸਤੇ ਤੋਂ ਬਚ ਕੇ ਲੰਘਿਆ, ਬਾਕੀ ਜਿੰਨੇ ਵੀ ਇਸ ਰਸਤੇ ਤੋਂ ਲੰਘੇ ਨੇ ਸਭ ਮਾਰੇ ਗਏ ਨੇ, ਸਭ ਉਜਾੜੇ ਗਏ ਨੇ, ਸਭ ਖਤਮ ਕਰ ਦਿੱਤੇ ਗਏ। ਉਹ ਰਾਹੀ ਬੜਾ ਚਿੰਤਾਤੁਰ ਹੋ ਗਿਆ, ਕਹਿੰਦਾ ਬਾਬਾ ਤੂੰ ਕਹਿਣਾ ਕੀ ਚਾਹੁੰਦਾ? ਤੇ ਉਹ ਫਕੀਰ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਵੀ ਤੂੰ ਕਿਹੜੇ ਰਾਹ ਬਾਰੇ ਪੁੱਛਦਾ ਮੈਨੂੰ ਨਹੀਂ ਪਤਾ, ਪਰ ਮੈਂ ਤੇ ਇੱਥੇ ਬਹਿ ਕੇ ਅੱਜ ਤੱਕ ਜਿਨ੍ਹਾਂ ਨੂੰ ਵਿਖਾਏ ਨੇ ਧਰਮ ਦੇ ਹੀ ਰਾਹ ਵਿਖਾਏ ਨੇ, ਤੇ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਇਹ ਜਿਹੜਾ ਸੰਸਾਰ ਦਾ ਰਸਤਾ ਹੈ, ਇਸ ਰਸਤੇ ਤੇ ਜਿੰਨੇ ਵੀ ਲੋਕ ਅੱਜ ਤੱਕ ਤੁਰੇ ਨੇ, ਕੋਈ ਕਾਮ ਦੇ ਹੱਥੋਂ ਮਾਰਿਆ ਗਿਆ, ਕੋਈ ਕ੍ਰੋਧ ਦੇ ਹੱਥੋਂ ਮਾਰਿਆ ਗਿਆ, ਕੋਈ ਲੋਭ ਹੱਥੋਂ ਮਾਰਿਆ ਗਿਆ। ਇਹ ਰਸਤਾ ਬੜਾ ਖਤਰਨਾਕ ਹੈ, ਇਹਦੇ ਤੇ ਕੋਈ ਇੱਕ ਅੱਧਾ ਬੰਦਗੀ ਵਾਲਾ ਜਿਹੜਾ ਸੁਰੱਖਿਅਤ ਲੰਘ ਗਿਆ, ਜਿਹੜਾ ਸੇਫ ਲੰਘ ਗਿਆ, ਨਹੀਂ ਤੇ ਇਹ ਰਸਤਾ ਬਹੁਤ ਖਤਰਨਾਕ ਹੈ, ਬੜਾ ਸੰਭਲ ਕੇ ਚੱਲੀ ਇਸ ਰਸਤੇ ਤੇ। ਸੋ ਭਾਵ ਜ਼ਿੰਦਗੀ ਜਿਹੜੀ ਹੈ ਨਾ, ਇਹਨੂੰ ਜੇ ਅਸੀਂ ਤਰੀਕੇ ਦੇ ਨਾਲ ਸਮਝਾਂਗੇ ਤੇ ਸਾਨੂੰ ਕਹਿਣ ਨੂੰ ਤੇ ਆਪਾਂ ਰੋਜ਼ ਬਾਣੀ ਅੰਦਰ ਬਚਨ ਵੀ ਪੜ੍ਹਦੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਭਰੀਆ। ਤੂੰ ਪਰਮਾਤਮਾ ਨੂੰ ਮਿਲਣ ਵਾਸਤੇ ਜੀਵਨ ਪ੍ਰਾਪਤ ਹੋਇਆ, ਪਰ ਸਾਡਾ ਸਫ਼ਰ ਕਿੰਨਾ ਕੁ ਸ਼ੁਰੂ ਹੋ ਗਿਆ, ਕਿੰਨਾ ਕੁ ਮੁਕੰਮਲ ਹੋ ਗਿਆ, ਕਿੰਨੇ ਕੁ ਨੇੜੇ ਪਹੁੰਚ ਗਏ ਆ, ਇਹ ਤੇ ਆਪੋ ਆਪਣੇ ਜੀਵਨ ਵਿੱਚ ਝਾਤ ਮਾਰਨੀ ਪਵੇਗੀ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦਾ ਜੀਵਨ ਜਦੋਂ ਅਸੀਂ ਦੇਖਦੇ ਹਾਂ ਨਾ, ਕਿਉਂਕਿ ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਜੋਤੀ ਜੋਤ ਦਿਹਾੜਾ ਹੈ, ਖੈਰ ਉਸ ਦਿਹਾੜੇ ਦੇ ਸੰਬੰਧ ਵਿੱਚ ਦੀਵਾਨ ਹੈ। ਮਹਾਰਾਜ ਦਾ ਦਿਹਾੜਾ 9 ਤਰੀਕ ਨੂੰ ਹੈ। ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ 'ਚ ਬੜੇ ਇਤਿਹਾਸਕ ਪੱਖ ਨੇ। ਮੈਂ ਛੋਟੀ ਜਿਹੀ ਘਟਨਾ ਆਪਣੇ ਸਾਂਝੀ ਕਰਾਂ। ਗੁਰੂ ਨਾਨਕ ਦੇਵ ਮਹਾਰਾਜ ਜਦੋਂ ਆਪਣੇ ਸਰੀਰ ਦੇ ਆਖਰੀ ਸਮੇਂ, ਕਿਉਂਕਿ ਜੋਤ ਕਰਕੇ ਤੇ ਗੁਰੂ ਨਾਨਕ ਦੇਵ ਮਹਾਰਾਜ ਅੱਜ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਸੁਸ਼ੋਭਿਤ ਹਨ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਪਰਮਾਤਮਾ ਨੇ ਹੀ ਨਿਰਗੁਣ ਤੇ ਸਰਗੁਣ ਥੀਆ ਨਾਨਕ ਆਪੇ ਆਪ ਕਰਤਾ ਪਰਮੇਸ਼ਰ ਹੀ ਨਿਰਗੁਣ ਤੋਂ ਸਰਗੁਣ ਸਰੂਪ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ 'ਚ ਆਏ। ਆਪਾਂ ਸਾਰੇ ਤਕਰੀਬਨ ਜਾਣਦੇ ਹਾਂ ਕਿ ਮਹਾਰਾਜ ਜੀ ਨੇ 4 ਉਦਾਸੀਆਂ ਕੀਤੀਆਂ, ਤੇ ਦੁਨੀਆ ਦਾ ਐਸਾ ਕੋਨਾ ਨਹੀਂ ਸੀ ਜਾਂ ਕੋਈ ਐਸਾ ਧਰਮ ਨਹੀਂ ਸੀ ਜਾਂ ਕਿਸੇ ਧਰਮ ਦਾ ਐਸਾ ਕੋਈ ਪੈਰੋਕਾਰ ਨਹੀਂ ਸੀ ਜਿਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਪਦੇਸ਼ ਨਹੀਂ ਦਿੱਤਾ। ਇਹ ਸ਼ਬਦ ਆਪ ਜੀ ਆਪਣੇ ਜ਼ਿਹਨ 'ਚ ਕਦੀ ਧਿਆਨ ਦੇ ਕੇ ਸੋਚਿਓ। ਪਿੱਛੇ ਜਿਹਾ ਕਿਤੇ ਵਿਚਾਰ ਚੱਲੀ, ਮੈਂ ਤਖਤ ਸਾਹਿਬ ਤੋਂ ਇੱਕ ਦਫਾ ਇੱਕ ਸ਼ਬਦ ਕਿਹਾ, ਮੈਨੂੰ ਕਾਫੀ ਲੋਕਾਂ ਨੇ ਬਾਅਦ 'ਚ ਕਿੰਤੂ ਵੀ ਕੀਤਾ, ਸ਼ਲਾਘਾ ਵੀ ਕੀਤੀ। ਸ਼ਬਦ ਵਰਤਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਕਿਉਂਕਿ ਇਤਿਹਾਸ 'ਚ ਸ਼ਬਦ ਆਉਂਦਾ ਹੈ, ਮੈਂ ਕੋਲੋਂ ਨਹੀਂ ਕਹਿ ਰਿਹਾ, ਇਤਿਹਾਸ ਦੇ ਵਿੱਚ ਸ਼ਬਦ ਆਇਆ ਇੱਕ ਦਿਨ ਉੱਥੇ ਲੜੀਵਾਰ ਕਥਾ ਵਿੱਚ, ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖੀ ਜਿਹੜੀ ਹੈ ਉਹ ਬਹੁਤ ਦੂਰ ਤੱਕ ਹੈ, ਖੰਡਾਂ ਬ੍ਰਹਿਮੰਡਾਂ ਤੱਕ ਹੈ। ਤੇ ਗੱਲ ਆ ਗਈ ਵੀ ਅੱਜ ਲੋਕ ਕਹਿ ਦਿੰਦੇ ਵੀ ਅਸੀਂ ਤਾਂ ਕੇਵਲ 2 ਕਰੋੜ ਹੀ ਆ, ਇੰਨੀ ਕੁ ਸਾਡੀ 2% ਆਬਾਦੀ ਹੈ। ਮੈਂ ਜ਼ਿਕਰ ਆਪ ਜੀ ਨਾਲ ਕਰਾਂ, ਦੇਖੋ ਗੁਰਮੁਖੋ, ਅੱਗੇ ਵਿਦਵਾਨ ਜਾਣਨ, ਖੋਜੀ ਜਾਣਨ, ਪਰ ਮੇਰੀ ਜਿਹੜੀ ਭਾਵਨਾ ਕਹਿੰਦੀ ਹੈ ਕਿ ਸਮੁੱਚੀ ਦੁਨੀਆ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਅਸਥਾਨ ਇਤਿਹਾਸਕ ਅੱਜ ਤੱਕ ਲੱਭੇ ਗਏ ਨੇ ਉਹ ਸਿਰਫ 1% ਨੇ। ਮੇਰੀ ਭਾਵਨਾ ਕਹਿੰਦੀ ਆ। ਇਹਦਾ ਰੀਜ਼ਨ ਕੀ, ਇਹਦਾ ਕਾਰਨ ਕੀ? ਗੁਰੂ ਹਰਿ ਰਾਏ ਮਹਾਰਾਜ ਜੀ ਨੂੰ ਜਦੋਂ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਉੱਚੀ ਥਾਂ ਤੇ ਖੜੇ ਤੇ ਬੜੀ ਹੈਰਾਨੀ ਜੀ ਨਾਲ ਦੇਖ ਰਹੇ ਸੀਗੇ ਸਾਰੇ ਪਾਸੇ, ਤੇ ਸਿੱਖ ਕਹਿੰਦੇ ਮਹਾਰਾਜ ਕੀ ਦੇਖਦੇ ਪਏ ਹੋ? ਗੁਰੂ ਹਰਿ ਰਾਏ ਮਹਾਰਾਜ ਉੱਚੀ ਪਹਾੜੀ ਤੇ ਖੜੇ ਬੜੀ ਹੈਰਾਨੀ ਜੀ ਨਾਲ ਦੇਖ ਰਹੇ ਨੇ, ਤੇ ਸਿੱਖਾਂ ਨੇ ਮਹਾਰਾਜ ਦੇ ਚਿਹਰੇ ਵੱਲ ਦੇਖਿਆ, ਮਹਾਰਾਜ ਇੰਨੇ ਹੈਰਾਨ ਹੋ ਕੇ ਦੇਖ ਰਹੇ ਹੋ, ਸਾਹਮਣੇ ਤੇ ਕੁਝ ਨਜ਼ਰ ਹੀ ਨਹੀਂ ਆ ਰਿਹਾ। ਤੇ ਗੁਰੂ ਹਰਿ ਰਾਏ ਮਹਾਰਾਜ ਕਹਿਣ ਲੱਗੇ ਕਿ ਸਿੱਖੀ ਦਾ ਜਹਾਜ਼ ਜਿਹੜਾ ਹੈ ਨਾ ਉਹ ਟੁੱਟ ਗਿਆ, ਮੈਂ ਇਹ ਦੇਖ ਰਿਹਾ, ਟੁੱਟ ਗਿਆ ਜਹਾਜ਼। ਤੇ ਜਦੋਂ ਜਹਾਜ਼ ਟੁੱਟ ਜਾਂਦਾ ਹੈ ਤੇ ਫਿਰ ਤੁਹਾਨੂੰ ਪਤਾ ਹੈ ਦੁਨੀਆ ਦਾ ਕੀ ਹਸ਼ਰ ਹੁੰਦਾ ਹੈ, ਮੁਸਾਫਰਾਂ ਦਾ ਕੀ ਹਸ਼ਰ ਹੁੰਦਾ ਹੈ। ਤੇ ਮਹਾਰਾਜ ਇਹ ਜਹਾਜ਼ ਦਾ ਹੁਣ ਕੀ ਬਣੇਗਾ? ਤੇ ਗੁਰੂ ਹਰਿ ਰਾਏ ਮਹਾਰਾਜ ਜੀ ਨੇ ਫਿਰ ਬਚਨ ਕਹੇ ਕਿ ਜਦੋਂ ਹੁਣ 10ਵੇਂ ਜਾਮੇ ਵਿੱਚ ਆਵਾਂਗੇ, ਫਿਰ ਇਹ ਜਹਾਜ਼ ਦੇ ਵਿੱਚ ਫਿਰ ਸਵਾਰ ਕਰਾਂਗੇ ਤੇ ਫਿਰ ਇਹ ਜਹਾਜ਼ ਚੜ੍ਹਦੀ ਕਲਾ 'ਚ ਤੋਰਾਂਗੇ। ਉੱਥੇ ਮਹਾਰਾਜ ਜੀ ਨੇ ਜਿਹੜੇ ਭਵਿੱਖਿਅਤ ਬਚਨ ਕਹੇ ਗੁਰੂ ਹਰਿ ਰਾਏ ਮਹਾਰਾਜ ਜੀ ਨੇ, ਮਹਾਰਾਜ ਕਹਿੰਦੇ ਵੀ ਸਿੱਖਾਂ ਦਾ ਰਾਜ ਜਾਂ ਸਿੱਖੀ ਜਿਹੜੀ ਹੈ ਉਹ ਬ੍ਰਹਿਮੰਡਾਂ ਤੱਕ ਜਾਏਗੀ। ਹੁਣ ਇਹ ਗੱਲ ਸਾਨੂੰ ਕਈ ਵਾਰ ਹਜ਼ਮ ਨਹੀਂ ਹੁੰਦੀ ਵੀ ਬ੍ਰਹਿਮੰਡਾਂ ਦੇ ਵਿੱਚ ਤੇ ਲੋਕ ਹੀ ਨਹੀਂ ਰਹਿੰਦੇ ਤੇ ਉੱਥੇ ਸਿੱਖੀ ਕਿੱਥੋਂ ਚਲੀ ਜਾਏਗੀ। ਪਰ ਗੁਰੂ ਹਰਿ ਰਾਏ ਮਹਾਰਾਜ ਜੀ ਦਾ ਭਵਿੱਖਤ ਬਚਨ ਹੈ, ਜੋ ਆਪ ਜੀ ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਰਚਨਾ 'ਚ ਵੀ ਪੜ੍ਹ ਸਕਦੇ ਹੋ। ਗੁਰ ਕਲਗੀਧਰ ਪਾਤਸ਼ਾਹ ਜੀ ਦੇ ਵੀ ਇਤਿਹਾਸਕ ਭਵਿੱਖਤ ਬਚਨ ਨੇ ਕਿ ਸਿੱਖੀ ਜਿਹੜੀ ਸਿੱਖ ਰਾਜ ਬ੍ਰਹਿਮੰਡਾਂ ਤੱਕ ਰਾਜ ਵਧੇਗਾ। ਮੈਂ ਉਹਦੇ ਜ਼ਿਕਰ ਕਰਦਾ ਹੁੰਨਾ ਕਿ ਗੁਰਮੁਖੋ, ਸਮੇਰੂ ਪਰਬਤ 'ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਤੱਕ ਕੋਈ ਵੀ ਗੁਰਦੁਆਰਾ ਸਾਹਿਬ ਨਹੀਂ ਬਣਿਆ, ਕਿਤੇ ਵੀ ਨਹੀਂ। ਪਰ ਇਹ ਤਾਂ ਸਾਰਾ ਹੀ ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਮੇਰੂ ਪਰਬਤ 'ਤੇ ਗਏ, ਸਿੱਧਾਂ ਨਾਲ ਮਹਾਰਾਜ ਜੀ ਦੀ ਚਰਚਾ ਹੋਈ। ਭਾਵ ਦੁਨੀਆ ਦੇ ਐਸੇ ਹਜ਼ਾਰਾਂ ਥਾਂ ਨੇ ਜਿੱਥੇ ਹਾਲੇ ਤੱਕ ਗੁਰੂ ਨਾਨਕ ਦੇ ਮੁਬਾਰਕ ਚਰਨ ਤਾਂ ਪਏ ਨੇ,
पर वो जगह हाले प्रगट नहीं हुई। जिस दिन गुरु नानक महाराज जी के सारे अस्थान प्रगट हो जाएंगे ना, तो मैं महाराज ते भरोसा रख के कहना, दुनिया का इस लोक का ते ब्रह्मांड के अंदर कोई ऐसा थां नहीं होवेगा जिथे गुरु नानक देव महाराज जी की चरण छो तुहानू नहीं मिली होवेगी। सो इस तरह गुरु नानक देव महाराज ने 4 उदासियां दे विच किन्नी सृष्टि का भला किया, किन्ने लोगों को तारिया। इस तारन के मगर एक कारण सी, जो भाई गुरदास साहब जी कहते बाबा देखै ध्यान धर जलती सब पृथ्वी दिस आई, कि गुरु नानक देव महाराज जी ने वेख्या कि सारी सृष्टि जिहड़ी वो वकारां विच सड़ रही है, राग द्वैक ईरखा च सड़ रही है। हुण माफ़ करिओ, सच्चाई ये है भी लोग दुखी ने, ये तो आपां नूं भी दिसदा हुंदा है। साडा गवांढी दुखी है, ये सानूं भी पता है। साडा भरा दुखी है, ये आपां नूं भी पता हुंदा है। पर किसी दुखी का दुख हरन वास्ते अपने परिवार के सुख छड्ड के तुर पैना, ये जां गुरु नानक दे हिस्से आउंदा ते जां गुरु नानक दे कमाई वाले सिख दे हिस्से आउंदा है। हर कोई नहीं तुरदा। दुख सारिਆਂ ਨੂੰ ਹੀ लोगों के दिसते हैं, कल्ले बाबे नूं नहीं दिसे, सारिਆਂ ਨੂੰ दिसते हैं, पर तुरदा कोई विरला विरला है। तो जिथों तक गुरु नानक देव महाराज तुर पए, उथों तक तो शायद जिन्ना चिर कायनात रहेगी कोई परत के तुरेगा नहीं। मैं कहा गुरु नानक देव महाराज ने उदासियां के दरम्यान सारी बाणी जदों महाराज जी ने उचारण की, महाराज ने जो उपदेश दिते, अखीर करतारपुर साहब आए। करतारपुर साहब आके ना मैं घटना अपना साझी करन लगा सी। गुरु नानक देव महाराज कोल बड़ी संगत जिहड़ी रोज़ आउंदी है, महाराज दे दीदार करदी है, महाराज नाल विचार चर्चा हुंदी है, आपो अपने धर्मां दे बारे विच विचार हुंदी है। इतिहास ने तो इत्थों तक भी लिखिया है कि करतारपुर साहब जिहड़ा लंगर तैयार हुंदा सी, उहदे विच 1.25 मन लूण जिहड़ा वरतिया जांदा सी। हुण आप जी दाने सियाणे हो कि 1.25 मन लूण किन्ने ज़्यादा लंगर दे विच पएगा, किन्ना लंगर बने तो किलो लूण मसां लगदा है, तो जिथे 1.25 मन लूण लगदा होवेगा उत्थे किन्नी वड्डी मियाद विच लंगर तैयार हुंदा होवेगा। इन्नी वड्डी गिणती च करतारपुर संगत है। तो एक दिन ना एक फकीर लंघदा पिया, तो उन्हें लंघदियां वेखिया भी ये बड़े लोग इकट्ठे होए ने। पता लगा इत्थे नानक तपा रहिंदा। मन दे विच जिग्यासा पैदा हुई भी क्यों ना वेखिया जावे। जदों नेड़े गया करतारपुर साहब दे ते नगर दे विच धर्मशाला विच जिथे देखदा सिख ही सिख ने, ते हर एक सिख जिहड़ा है वो सेवा विच लगा होया है। हर कोई झाड़ू ला रहा है, कोई भांडे मांज रहा है, कोई महाराज के खेतों के विच सेवा कर रहा है। वो जदों सारा कुछ देखदा है, लम्मा समा खड़ के वेखी गया तो मन दे विच एक सवाल पैदा होया, कहंदा भी हद है इन्हां लोकां वाली, दिहाड़ीदारां दी तरह काम कर रहे ने। एक थां तो हटते ने दूजी थां लग जाते हैं, उतों हटते ने उत्थे लग जाते हैं, ना थकते ना अकते। उन्होंने एक शब्द किया, बड़ा माड़ा शब्द है वैसे, पर वो कई बार आपां पंजाब च आम ही वरत लैंदे आ। उन्हें एक शब्द किया, कहंदा गुरु नानक ने ते नानक तपे ने ते साण पाल रखे आ। ये शब्द ना कई बार जदों विद्यालयां च रहो तो सानू बड़ा सुनन नूं मिलदा हुंदा है, जिहड़े विद्यार्थी रूप विच रहिंदे ने भी आम ही ये गुरुद्वारे तां साण रखे ने, इस तरह ने ये घरों कड्डे वड्डे ने, इन्हां नूं कोई पुछण वाला नहीं। खैर रहो विचार। उन्हें अपनी मानसिकता जिहड़ी सी ज़ाहिर कीती ते पहुँचदी गुरु नानक देव महाराज तक गल गई। गुरु नानक पातशाह जी ने सद्दिया, मिलाप होया। महाराज कहंदे भी तूं ये किस रूप दे विच गल कही? कहंदा महाराज देखो जिवें साण काम करदे ने, कदी खेतां दे विच कदी किते इंज लगदा भी जिवें ये लोग इस तरह दे ने, एक थां तो हटदे ने दूजी थां ते, माफ़ करियो मैं सीधे जे शब्दां च गल समझावां कि पशुआं तरह काम कर रहे ने। ये ते पशुआं वर्गे लोग बन गए ने तुहाडे कोल रह के। गुरु नानक पातशाह कहंदे फकीरा, किसे नूं भी एकदम बाहरों पहली नज़र दे नाल अपनी कसवट्टी ते नहीं रख लईदा हुंदा। ये साडा भी नज़रिया हुंदा है भी जे किसी ने धर्म का बाणा पाया ठीक है, दुध का सड़िया लस्सी नूं भी फूका मारदा है, ये सच्चाई है। पर जरूरी नहीं कि जे सानू जिंदगी विच एक असंत मिलिया तो जिन्ने भी कोई चोला पा के रखणगे वो सारे असंत ही होणगे। जे सानू धर्म के बाणे च एक मनमुख मिल गया तो ये जरूरी नहीं कि जिन्ने भी धर्म का बाणा पा के रखणगे वो सारे ही मनमुख होणगे, नहीं। पर साडा नज़रिया की है, असी जदों भी किसी नूं बाहरी रूप वेखदे हां, कपड़े वेखदे हां, असी उस वेले अपनी मानसिकता नाल उहनूं तोल देने हां, ये भी इदां दा ही होवेगा, ये भी इस तरह का ही होएगा, ये भी मनमुख ही है, ये भी पखंडी है, ये भी अडंबरी है। गुरु नानक पातशाह कहंदे इंज कर,
कुछ दिन इत्थे रह करतारपुर। ठीक है महाराज, रुकिया। उसे तरह जिवें कोई सर्च करन वाला नहीं देखदा, बड़ी चंगी तरह इधर उधर जाना, सारिਆਂ ਨੂੰ ਧਿਆਨ ਨਾਲ ਵੇਖਣਾ। ਕੀ ਦੇਖਦਾ ਹੈ? ਇਹ ਅੰਮ੍ਰਿਤ ਵੇਲੇ ਉੱਠਦੇ ਨੇ, ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਨਾਲੇ ਸੇਵਾ ਕਰੀ ਜਾ ਰਹੇ, ਨਾਲੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੀ ਜਾ ਰਹੇ ਨੇ। ਕੋਈ ਕਿਤੇ ਚੌਂਕੜਾ ਮਾਰ ਕੇ ਬੈਠਾ, ਕੋਈ ਕਿਤੇ ਸਮਾਧੀ ਲਾ ਕੇ ਬੈਠਾ। ਹੈਰਾਨ ਜਿਹਾ ਹੋਇਆ। 2-3 ਦਿਨਾਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਕੋਲ ਆ ਕੇ ਕਹਿੰਦਾ, ਬਾਬਾ ਮੈਂ ਮਾफ़ी ਚਾਹੁੰਦਾ, ਮੇਰੇ ਤੋਂ ਗਲਤੀ ਹੋਈ। ਮੈਂ ਪਹਿਲਾਂ ਇਹ ਸ਼ਬਦ ਵਰਤ ਲਿਆ ਸੀ ਕਿ ਤੁਹਾਡੇ ਕੋਲ ਤੇ ਸਾਨ ਪਸ਼ੂ ਰੱਖੇ ਨੇ, ਪਰ ਹੁਣ ਮੈਨੂੰ ਇੰਜ ਪ੍ਰਤੀਤ ਹੋਇਆ ਕਿ ਗੁਰੂ ਨਾਨਕ ਦੇ ਕੋਲ ਇਨਸਾਨ ਰਹਿੰਦੇ ਨੇ, ਕਿਉਂਕਿ ਇਨਸਾਨਾਂ ਵਾਲੇ ਕਰਮ ਨੇ। ਇੱਕ ਦੂਜੇ ਦਾ ਭਲਾ ਕਰਦੇ ਨੇ, ਇੱਕ ਦੂਜੇ ਦੀ ਸੇਵਾ ਕਰਦੇ ਨੇ, ਇੱਕ ਦੂਜੇ ਦੀ ਹੈਲਪ ਕਰ ਰਹੇ, ਮਦਦ ਕਰ ਰਹੇ। ਇਹ ਤਾਂ ਇਨਸਾਨੀਅਤ ਹੈ ਜੋ ਹਰ ਧਰਮ ਸਿਖਾਉਂਦਾ ਹੈ। ਮਹਾਰਾਜ ਕਹਿੰਦੇ ਵੀ ਕੁਝ ਦਿਨ ਹੋਰ ਰੁਕ, ਹਾਲੇ ਤੂੰ ਹੋਰ ਬੜਾ ਕੁਝ ਦੇਖੇਂਗਾ। ਮਨ ਵਿੱਚ ਉਤਸੁਕਤਾ ਹੋਈ, ਫਿਰ ਰੁਕਿਆ। ਕੁਛ ਦਿਨ ਬਤੀਤ ਹੋਏ। ਕੀ ਦੇਖਦਾ ਹੈ? ਵੀ ਜਿਹੜੇ ਸਾਰਾ ਦਿਨ ਬਾਣੀ ਵੀ ਪੜ੍ਹਦੇ ਨੇ, ਸਾਰਾ ਦਿਨ ਸੇਵਾ ਵੀ ਕਰਦੇ ਨੇ, ਉਸ ਤੋਂ ਬਾਅਦ ਸਮਰਪਣ ਭਾਵ ਪ੍ਰੇਮ ਗੁਰੂ ਨਾਨਕ ਮਹਾਰਾਜ ਦੇ ਨਾਲ ਇੰਨਾ ਸਾਧਨਾ, ਧਿਆਨ, ਸਿਮਰਨ, ਸਵਾਸ ਕਰਕੇ ਇਹਨਾਂ ਦੇ ਤੇ ਕੋਲ ਖੜ ਜੋ। ਜ਼ਬਾਨਾਂ ਇਹਨਾਂ ਦੀਆਂ ਚੁੱਪ ਨੇ, ਪਰ ਰੋਮ ਰੋਮ ਵਿੱਚੋਂ ਵਾਹਿਗੁਰੂ 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 ਦੀ ਆਵਾਜ਼ ਆ ਰਹੀ ਹੈ। ਬੜਾ ਹੈਰਾਨ ਹੋਇਆ। ਤੀਜੇ ਦਿਨ ਫਿਰ ਗੁਰੂ ਨਾਨਕ ਦੇਵ ਮਹਾਰਾਜ ਕੋਲ ਆ ਕੇ ਕਹਿੰਦਾ, ਬਾਬਾ ਮੈਂ ਜਿੰਨਾ ਕੁ ਹੁਣ ਤੱਕ ਪਰਖ ਲਿਆ, ਮੈਂ ਜਿੰਨਾ ਕੁ ਹੁਣ ਤੱਕ ਵੇਖ ਲਿਆ, ਮੈਨੂੰ ਤੇ ਇੰਜ ਮਹਿਸੂਸ ਹੋਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਰੱਬ ਰਹਿੰਦੇ ਨੇ, ਪਰਮਾਤਮਾ ਰਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਕੋਲ। ਸੋ ਭਾਵ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖ ਨੂੰ ਜਿਹੜਾ ਜੀਵਨ ਦਿੱਤਾ ਨਾ, ਫਕੀਰ ਕਹਿੰਦਾ ਕਿ ਬਾਬਾ ਅੱਜ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੁਹਾਡੇ ਕੋਲ ਰਹਿ ਕੇ ਕਿ ਤੁਸੀਂ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮੈਂ ਇਹ ਕਹਿ ਸਕਦਾ ਕਿ ਬਾਬਾ ਤੇਰੀ ਇਸ ਹਜ਼ੂਰੀ ਵਿੱਚ ਤੇ ਦੇਵਤੇ ਰਹਿੰਦੇ ਨੇ, ਤੇਰੀ ਹਜ਼ੂਰੀ ਵਿੱਚ ਤੇ ਪਰਮਾਤਮਾ ਇਹਨਾਂ ਮਨੁੱਖਾਂ ਦੇ ਰੂਪ ਵਿੱਚ ਤੁਰਿਆ ਫਿਰਦਾ। ਬਾਬਾ ਤੂੰ ਇਹਨਾਂ ਕਲਯੁਗੀ ਜੀਵਾਂ ਨੂੰ, ਵਕਾਰਾਂ 'ਚ ਡਿੱਗਿਆਂ ਨੂੰ, ਮੋਹ ਦੀ ਦਲਦਲ ਵਿੱਚ ਡਿੱਗਿਆਂ ਹੋਇਆਂ ਜੀਵਾਂ ਨੂੰ ਕੱਢ ਕੇ ਤੂੰ ਦੇਵਤੇ ਬਣਾ ਦਿੱਤਾ, ਮੈਂ ਅੱਜ ਵੇਖਿਆ ਹੈ। ਸੋ ਜਦੋਂ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦਾ ਸਮੁੱਚਾ ਜੀਵਨ ਪੜ੍ਹਾਂਗੇ ਨਾ, ਜਿਵੇਂ ਇੱਕ ਵਿਦਵਾਨ ਲਿਖਦਾ ਹੈ, ਤਾਰੇ ਗਿਣੇ ਜਾਤ ਨਾ ਤਾਰੇ ਗਿਣੇ ਜਾਤ ਹੈ, ਕਿ ਸੰਸਾਰ ਦੇ ਆਸਮਾਨ ਦੇ ਤਾਰੇ ਤਾਂ ਗਿਣੇ ਜਾ ਸਕਦੇ ਨੇ, ਪਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜੇ ਤਾਰੇ ਨੇ, ਉਹ ਅੱਜ ਤੱਕ ਦੁਨੀਆ ਦੀ ਕੋਈ ਕਲਮ ਉਹਨਾਂ ਦੀ ਗਿਣਤੀ ਨਹੀਂ ਕਰ ਸਕੀ, ਨਾ ਕਰ ਸਕੇਗੀ। ਮੈਂ ਇੱਕ ਸ਼ੇਰ ਪੜ੍ਹਿਆ ਇੱਕ ਦਿਨ, ਉਹਨੇ ਬੜੀ ਸੋਹਣੀ ਇੱਕ ਗੱਲ ਲਿਖੀ। ਉਹ ਕਹਿੰਦਾ ਵੀ ਦੇਖੋ, ਹਮ ਜਬ ਵੀ ਤੇਰੇ ਦਰ ਪਏ ਗਏ, ਹਾਥੋਂ ਮੇ ਲੇਕਰ ਫੂਲ ਗਏ। ਉਹ ਆਪਣਾ ਦੁੱਖ ਰੋਂਦਾ ਹੈ ਕਿਤਾਬ ਦੇ ਵਿੱਚ। ਉਹ ਕਹਿੰਦਾ ਵੀ ਦਾਤਾ ਸਾਡੀ ਮਾਨਸਿਕਤਾ ਜਾਂ ਸਾਡੀ ਦੁੱਖ ਭਰੀ ਵਿਥਿਆ ਇਹ ਹੈ ਗੁਰੂ ਨਾਨਕ ਮਹਾਰਾਜ, ਅਸੀਂ ਸਾਰੀ ਜ਼ਿੰਦਗੀ ਤੁਹਾਡਾ ਇਤਿਹਾਸ ਪੜ੍ਹਿਆ, ਸਾਰੀ ਜ਼ਿੰਦਗੀ ਤੁਹਾਡੇ ਇਤਿਹਾਸ ਦੀ ਕਥਾ ਕੀਤੀ, ਤੁਹਾਡੇ ਇਤਿਹਾਸ ਸੁਣੇ, ਸਾਰੀ ਜ਼ਿੰਦਗੀ ਅਸੀਂ ਹੋਕੇ ਦਿੱਤੇ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਪਰ ਸਾਡੀ ਹਾਲਤ ਪਤਾ ਅੱਜ ਕੀ ਹੈ। ਬੜਾ ਉਹਨੇ ਆਪਣੀ ਕਲਮ ਦੇ ਨਾਲ ਲਹੂ ਦੇ ਹੰਝੂਰ ਹੋਏ ਇਸ ਸ਼ਾਇਰ ਨੇ। ਹਮ ਜਬ ਵੀ ਤੇਰੇ ਦਰ ਪੇ ਗਏ, ਹਾਥੋਂ ਮੇ ਲੇਕਰ ਫੂਲ ਗਏ, वो फिरना हरसू मक्के का, वो रुकना गिरते पर्वत का। कहता सानू ये भी पता है तू मक्का घुमा दिता, सानू पता है, सानू याद है, असीं बड़ी वार कथा सुनते हैं। सानू ये भी पता है वली कंधारी ने पत्थर सुटिया ते तू पत्थर रोक दिता। वो पंजा साहब अज भी इस गल की गवाही भरदा है। वो फिरना हरसू मक्के का, वो रुकना गिरते पर्वत का, हर बात तुम्हारी याद रही, पैगाम तुम्हारा भूल गए। कहता भी दुख इस गल का है, सानू सब कुछ याद है, पर तेरा जिहड़ा पैगाम सी कि तुसी सानू उपदेश की दिता है, तुसी अपनी बाणी विच सानू समझाया की है, तुसी अपनी बाणी दे विच सानू परमात्मा नाल जोड़िया है। हर बात तुम्हारी याद रही, पैगाम तुम्हारा भूल गए। असी तेरा पैगाम भुल गए हाँ, तेरा सुनेहा जिहड़ा बाबा पहंदा सचखंड नौनित नाम गरीबी पाई, जिहड़ा सचखंड विचों तुसी साडे लई पैगाम लैके आए सी, इल्हाम लैके आए सी, इलाही बाणी लैके आए सी, बाबा असी तेरी उस बाणी नालों दूर हो गए हाँ। गुरु नानक देव महाराज दा जदों ज्योति जोत आपां मनाउंदे आ ना, ते मैं एक बेनती करां, इस इतिहास नूं जदों भी छोहांगे ते साडे सामणे भाई लहणा जी दा जीवन आएगा। जिवें बाबा मोती राम जी का गुरमुखां जिक्र किया, सेवा उन्हां दी, भाई लहणे की भी बड़ी महान सेवा है। जदों इतिहास के पन्ने पड़ा दर पड़ा असीं पढ़ांगे, एक एक पन्ना पलटांगे, तो भाई लहणे का जीवन कित्थे आके खड़दा है। कदी मरी चूही सुट्टण की गल आ गई, कदी किक्कर झाड़न की गल आ गई, कदी अद्धी रात कपड़े धोण की गल आ गई, कदी कंध बनाउण की गल आ गई, कदी ये आ गई कि पुरखा
ਬਾਹਰ ਜਾ ਕੇ ਵੇਖ ਰਾਤ ਕਿੰਨੀ ਬਤੀਤ ਹੋਈ ਆ। ਤੇ ਭਾਈ ਲਹਿਣੇ ਨੇ ਆ ਕੇ ਸ਼ਬਦ ਕਹਿਣਾ, ਸਾਰਿਆਂ ਦੇ ਆਪੋ ਆਪਣੇ ਸ਼ਬਦ ਨੇ, ਪਰ ਬਾਬੇ ਲਹਿਣੇ ਦੇ ਸ਼ਬਦ ਨੇ ਕਿ ਦਾਤਾ ਜਿੰਨੀ ਤੇਰੇ ਹੁਕਮ ਵਿੱਚ ਬਤੀਤ ਹੋ ਗਈ ਉਹ ਲੰਘ ਗਈ, ਤੇ ਜਿੰਨੀ ਤੂੰ ਆਪਣੇ ਹੁਕਮ ਵਿੱਚ ਟਿਕਾ ਰੱਖੀ ਹੈ ਉਨੀ ਬਾਕੀ ਰਹਿ ਗਈ ਹੈ। ਸੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੇ ਜੀਵਨ ਦੇ ਦਰਮਿਆਨ, ਕੇਵਲ ਪੰਜ ਭੂਤ ਸਰੀਰ ਦੀ ਗੱਲ ਕਰ ਰਹੇ ਹਾਂ, 70 ਸਾਲ ਮਹਾਰਾਜ ਜੀ ਸਰੀਰ ਕਰਕੇ ਸਮਾਤ ਲੋਕ ਤੇ ਰਹਿ ਕੇ ਉਪਦੇਸ਼ ਦਿੱਤਾ। ਉਹਨਾਂ 70 ਸਾਲਾਂ ਦੇ ਦਰਮਿਆਨ ਬੜਿਆਂ ਸਿੱਖਾਂ ਨੇ ਮਹਾਰਾਜ ਦਾ ਉਪਦੇਸ਼ ਕਮਾਇਆ। ਬਾਬਾ ਬੁੱਢਾ ਸਾਹਿਬ ਜੀ ਨੇ ਕਮਾਇਆ, ਭਾਈ ਭਗੀਰਥ ਨੇ ਕਮਾਇਆ, ਭਾਈ ਕਮਲੀਆ, ਭਾਈ ਸਧਾਰਨ, ਹੋਰ ਬੜਿਆਂ ਨੇ ਉਪਦੇਸ਼ ਕਮਾਇਆ ਮਹਾਰਾਜ ਜੀ ਦਾ। ਪਰ ਜੇ ਅਸੀਂ ਇੰਜ ਕਹਿ ਲਈਏ ਵੀ ਇੱਕ ਸਿਖਰ ਤੇ ਜਾ ਕੇ ਉਪਦੇਸ਼ ਕਮਾਇਆ ਤੇ ਉਹ ਭਾਈ ਲਹਿਣਾ ਹੈ, ਜਿਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੁਕਮ, ਜਦੋਂ ਅਸੀਂ ਬਾਣੀ 'ਚ ਸ਼ਬਦ ਪੜ੍ਹਦੇ ਹਾਂ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਜਦੋਂ ਹੁਕਮ ਮੰਨਿਆ ਜਾਵੇ ਨਾ, ਹੁਕਮ ਮੰਨਣਾ ਹੀ ਸਭ ਤੋਂ ਔਖਾ ਹੈ। ਕਹਿ ਦੇਣਾ ਬੜਾ ਆਸਾਨ ਹੈ, ਅਸੀਂ ਪਰਮਾਤਮਾ ਦੇ ਹੁਕਮ ਵਿੱਚ ਆ, ਕਹਿਣਾ ਬਹੁਤ ਸੌਖਾ ਹੈ। ਅਸੀਂ ਪਤਾ ਨਹੀਂ ਜ਼ਿੰਦਗੀ 'ਚ ਕਿੰਨੀ ਵਾਰ ਹੁਕਮ ਸ਼ਬਦ ਉੱਤੇ ਕਥਾ ਕਰ ਦਿੱਤੀ, ਹੁਕਮ 'ਚ ਰਹੋ, ਹੁਕਮ ਮੰਨਣਾ ਚਾਹੀਦਾ ਹੈ, ਪਰ ਜਦੋਂ ਕਿਤੇ ਗੱਲ ਹੁਕਮ ਮੰਨਣ ਦੀ ਆਉਂਦੀ ਹੈ ਉਦੋਂ ਬਹੁਤ ਔਖਾ ਹੋ ਜਾਂਦਾ ਹੈ। ਦੇਖੋ, ਮਾਫੀ ਮੰਗ ਕੇ ਕਹਿਣਾ, ਉਸ ਵਕਤ ਜਿੰਨੇ ਵੀ ਸਿੱਖ ਨੇ ਉਹ ਵੀ ਸਾਰੇ ਕਹਿੰਦੇ ਹੀ ਹੋਣਗੇ ਕਿ ਬਾਬੇ ਦੇ ਹੁਕਮ 'ਚ ਰਹਿਣਾ ਹੈ, ਬਾਬੇ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ। ਪਰ ਜਿਸ ਦਿਨ ਗੁਰੂ ਨਾਨਕ ਦੇਵ ਮਹਾਰਾਜ ਇਹ ਸ਼ਬਦ ਵਰਤਦੇ ਨੇ ਕਿ ਅਸੀਂ ਹੁਣ ਆਪਣਾ ਸਰੂਪ ਜਿਹੜਾ ਪਲਟਣਾ ਹੈ, ਮਹਾਰਾਜ ਜੀ ਪਰਖ ਕਰਨੀ ਸ਼ੁਰੂ ਕਰਦੇ ਨੇ। ਬੜੀਆਂ ਕਸਵੱਟੀਆਂ ਨੇ ਇਤਿਹਾਸ ਦੀਆਂ, ਪਰ ਜਦੋਂ ਧਾਨਕ ਰੂਪ ਰਹਾ ਕਰਤਾਰ ਦੀ ਗੱਲ ਆਉਂਦੀ ਹੈ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਇੱਕ ਭਿਆਨਕ ਜਿਹਾ ਰੂਪ ਧਾਰਨ ਕਰਦੇ ਨੇ। ਸ਼ਿਕਾਰੀ ਕੁੱਤੇ ਮਹਾਰਾਜ ਜੀ ਦੇ ਨਾਲ ਨੇ, ਹੱਥ ਵਿੱਚ ਮਹਾਰਾਜ ਜੀ ਦੇ ਡਾਂਗ ਫੜੀ ਹੈ, ਵੱਖਰਾ ਜਿਹਾ ਭੇਖ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਮਸਤਾਨਾ ਜਿਹਾ ਭੇਖ ਬਣਾ ਕੇ ਸਾਹਿਬ ਗੁਰੂ ਬਾਬਾ ਜੀ ਚੱਲ ਪਏ ਨੇ। ਹੁਣ ਵੱਖ-ਵੱਖ ਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਗਰ ਨੇ। ਆਖਰ ਆਪਾਂ ਇਤਿਹਾਸ 'ਚ ਪੜ੍ਹਦੇ ਹਾਂ, ਕਿਤੇ ਮਹਾਰਾਜ ਜੀ ਨੇ ਪੈਸੇ ਦਿਖਾ ਦਿੱਤੇ, ਕਿਤੇ ਚਾਂਦੀ, ਕਿਤੇ ਸੋਨਾ, ਜਿਹਦੇ ਹੱਥ ਜੋ ਆਇਆ ਉਹਨੇ ਚੁੱਕਿਆ। ਮੈਂ ਇੱਥੋਂ ਇੱਕ ਆਪ ਜੀ ਨੂੰ ਇਹ ਜ਼ਰੂਰ ਬੇਨਤੀ ਕਰਾਂ, ਇਹ ਜਿਹੜਾ ਮਾਰਗ ਹੈ ਨਾ, ਇਹ ਖੰਡੇ ਧਾਰ ਜਿਹੜਾ ਮਾਰਗ ਹੈ ਨਾ, ਇਸ ਮਾਰਗ ਦੇ ਉੱਤੇ ਬਹੁਤ ਕੁਝ ਦਿਸਦਾ ਹੈ, ਬਹੁਤ ਕੁਝ। ਜਿਹੜੇ ਤੁਹਾਡੇ 'ਚ ਮੈਡੀਟੇਸ਼ਨ ਕਰਦੇ ਹੋਣਗੇ, ਸਿਮਰਨ ਕਰਦੇ ਹੋਣਗੇ, ਸਾਧਨਾ ਕਰਦੇ ਹੋਣਗੇ, ਉਹ ਇਹ ਗੱਲ ਨੂੰ ਬੜੀ ਛੇਤੀ ਸਮਝ ਜਾਣਗੇ। ਜਦੋਂ ਵੀ ਸਿਮਰਨ ਕਰਦੇ ਆ, ਚਿੰਤਨ ਕਰਦੇ ਆ, ਮੈਡੀਟੇਸ਼ਨ ਕਹਿ ਲਓ, ਧਿਆਨ ਕਰਦੇ ਆ, ਸੁਰਤ ਲਾਉਨੇ ਆ, ਬਹੁਤ ਕੁਛ ਕਿਸੇ ਦੇ ਸਾਹਮਣੇ ਚਾਨਣ ਆਵੇਗਾ, ਕਿਸੇ ਦੇ ਸਾਹਮਣੇ ਪ੍ਰਕਾਸ਼ ਆਏਗਾ, ਕਿਸੇ ਨੂੰ ਕੁਝ ਮਹਿਸੂਸ ਹੋਏਗਾ, ਕਿਸੇ ਨੂੰ ਆਪਣੇ ਇਰਦ ਗਿਰਦ ਕੁਝ ਮਹਿਸੂਸ ਹੋਏਗਾ, ਬਹੁਤ ਕੁਛ ਹੁੰਦਾ ਇਸ ਮਾਰਗ ਤੇ। ਪਰ ਹੁੰਦਾ ਕੀ ਹੈ ਕਿ ਜਦੋਂ ਸਾਨੂੰ ਥੋੜ੍ਹਾ ਜਿਹਾ ਕੁਛ ਪ੍ਰਾਪਤ ਹੋਣ ਲੱਗੇ, ਜਾਂ ਤੇ ਅਸੀਂ ਡਰ ਜਾਂਦੇ ਹਾਂ ਤੇ ਜਾਂ ਫਿਰ ਅਸੀਂ ਖੁਸ਼ ਹੋ ਜਾਂਦੇ ਹਾਂ। ਜਿਹਨੂੰ ਬਾਣੀ ਅੰਦਰ ਇੱਕ ਬਚਨ ਆਉਂਦਾ, ਚਾਲੇ ਥੇ ਹਰ ਮਿਲਨ ਕੋ ਬੀਚੈ ਅਟਕਿਓ ਚੀਤ। ਇਹ ਤਾਂ ਰਾਹ ਵਿੱਚ ਚਿੱਤ ਅਟਕਣ ਵਾਲੀ ਗੱਲ ਹੈ, ਇਹ ਸਭ ਮਾਇਆ ਹੀ ਹੈ। ਜਿਹਨੂੰ ਸਿਮਰਨ ਕਰਦਿਆਂ ਥੋੜ੍ਹਾ ਜਿਹਾ ਕਿਤੇ ਪ੍ਰਕਾਸ਼ ਅਨੁਭਵ ਹੋ ਗਿਆ, ਉਹ ਕਹਿੰਦਾ ਮੇਰੀ ਮੰਜ਼ਿਲ ਆ ਗਈ, ਉਹ ਹੁਣ ਸਿਮਰਨ ਛੱਡ ਦਿੰਦਾ। ਜਿਹਨੂੰ ਕੁਛ ਮਾੜਾ ਜਿਹਾ ਕੋਈ ਝਲਕਾਰਾ ਜਿਹਾ ਮਿਲ ਗਿਆ, ਉਹ ਕਹੇਗਾ ਮੈਨੂੰ ਪ੍ਰਾਪਤੀ ਹੋ ਗਈ। ਮਾਫੀ ਮੰਗ ਕੇ ਕਹਿਣਾ, ਇਹ ਤਾਂ ਸਭ ਬੀਚੈ ਅਟਕਿਓ ਚੀਤ ਹੈ, ਮੰਜ਼ਿਲਾਂ ਤੇ ਬਹੁਤ ਅਗਾਂਹ ਨੇ। ਇਹ ਤੇ ਬਹੁਤ ਛੋਟੀ ਜੀ ਗੱਲ ਹੈ, ਸਿਮਰਨ ਕੀਤਾ, ਚਾਨਣ ਦਿਸ ਪਿਆ, ਸਿਮਰਨ ਕੀਤਾ, ਕੋਈ ਵਾਈਬ੍ਰੇਸ਼ਨ ਮਹਿਸੂਸ ਹੋ ਗਈ। ਸੋ ਖੈਰ, ਵੱਖਰਾ ਵਿਸ਼ਾ ਹੈ। ਮੈਂ ਜ਼ਿਕਰ ਕਰ ਰਿਹਾ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਇਆ ਕਿ ਜਦੋਂ ਮੇਰੇ ਨਾਲ ਤੁਰੋਗੇ ਨਾ, ਮਾਇਆ ਵੱਖ-ਵੱਖ ਰੂਪਾਂ ਦੇ ਵਿੱਚ ਤੁਹਾਡਾ ਰਾਹ ਰੋਕੇਗੀ। ਇਹ ਵੱਖਰੀ ਗੱਲ ਹੈ, ਜਿਹੜਾ ਚੁੱਕ ਕੇ ਮੁੜ ਜਾਏਗਾ ਉਹਦੀ ਆਪਣੀ ਮਾਨਸਿਕਤਾ ਹੈ, ਜਿਹੜਾ ਤਿਆਗ ਕੇ ਤੁਰਿਆ ਆਏਗਾ ਉਹਦੇ ਤੇ ਆਪਣੀ ਗੁਰੂ ਕੀ ਕਿਰਪਾ ਹੈ। ਪਰ ਅਖੀਰ ਭਾਈ ਲਹਿਣੇ ਨੂੰ ਬਾਬਾ ਪੁੱਛਦਾ ਹੈ, ਲਹਿਣਿਆ ਸਾਰੇ ਲੋਕ ਹੀ ਮੁੜ ਗਏ ਨੇ, ਦੇਖ ਕਿੰਨਾ ਹਜੂਮ ਤੁਰਿਆ ਸੀ ਮੇਰੇ ਮਗਰ, 2-4 ਤੇ ਹੈ ਨਹੀਂ ਸੀ, ਕਿੰਨੇ ਲੋਕ ਤੁਰੇ ਸੀ, ਸਾਰੇ ਹੀ ਮੁੜ ਗਏ ਨੇ, ਤੂੰ ਇਕੱਲਾ ਹੀ ਰਹਿ ਗਿਆ। ਤੇ ਲਹਿਣੇ ਇੱਕ ਗੱਲ ਦੱਸ ਵੀ ਤੂੰ ਕਿਉਂ ਨਹੀਂ ਮੁੜਿਆ? ਇਹ ਵੀ ਤਾਂ ਮੁੜ ਹੀ ਗਏ ਨੇ, ਇੰਨਾ ਕੁਛ ਪ੍ਰਾਪਤ ਕਰ ਲਿਆ, ਤੂੰ ਦੱਸ ਤੈਨੂੰ ਕੀ ਚਾਹੀਦਾ? ਤੇ ਬਾਬੇ ਲਹਿਣੇ ਦੇ ਬੋਲ ਸੀ, ਬਾਬਾ ਜੀ ਇਹ ਪੁੱਛਦਾ ਕੀ ਚਾਹੀਦਾ, ਤੇ ਮੈਨੂੰ ਤੇ ਕੇਵਲ ਗੁਰੂ ਨਾਨਕ ਹੀ ਚਾਹੀਦਾ, ਹੋਰ ਤੇ ਮੈਨੂੰ ਕੁਛ ਵੀ ਨਹੀਂ ਚਾਹੀਦਾ। ਜਿਵੇਂ ਬਾਣੀ ਅੰਦਰ ਆਪਾਂ ਬਚਨ ਪੜ੍ਹਦੇ ਹਾਂ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਕਿ ਬਾਬਾ ਤੇਰੇ ਚਰਨਾਂ ਦੀ ਪ੍ਰੀਤੀ ਹੈ, ਬਸ ਕਮਲੇ ਹੋ ਗਏ ਉਹਦੇ ਪਿੱਛੇ, ਹੋਰ ਕੁਛ ਨਹੀਂ ਚਾਹੀਦਾਗਾ। ਤੇ ਮਹਾਰਾਜ ਕਹਿੰਦੇ ਤੂੰ ਮੁੜਿਆ ਨਹੀਂ। ਤੇ ਭਾਈ ਲਹਿਣੇ ਦੇ ਬੋਲ ਨੇ, ਬਾਬਾ ਇਹ ਜਿਹੜੇ ਪਿੱਛੇ ਮੁੜ ਗਏ ਨੇ ਨਾ, ਇਹਨਾਂ ਦਾ ਹੋਊਗਾ ਕੋਈ ਪਿੱਛੇ ਨਾ ਪਿੱਛੇ, ਕੋਈ ਨਾ ਕੋਈ, ਪਰ ਬਾਬਾ ਮੇਰਾ ਤਾਂ ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ। ਤੂੰ ਇੱਕ ਵਾਰ ਪੁੱਛ, 100 ਵਾਰ ਪੁੱਛ, ਮੈਂ ਇੱਕੋ ਹੀ ਗੱਲ ਕਵਾਂਗਾ ਕਿ ਮੇਰਾ ਤੇਰੇ ਤੋਂ ਬਿਨਾਂ ਕੋਈ ਨਹੀਂ ਆ। ਕਿਸ ਹੀ ਕੋਈ ਕੋਏ ਮੰਝ ਨੇ ਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿਤ ਨਾ ਆਵੇ। ਬਾਬਾ ਮੇਰਾ ਤੇਰੇ ਤੋਂ ਬਿਨਾਂ ਹੈ ਕੌਣ ਹੈ? ਮੈਂ ਜਾਵਾਂ ਤੇ ਜਾਵਾਂ ਕਿੱਥੇ? ਮੇਰਾ ਘਰ ਵੀ ਤੂੰ, ਮੇਰਾ ਸਭ ਕੁਝ ਤੂੰ, ਮੇਰਾ ਰਹਿਬਰ ਤੂੰ, ਮੇਰਾ ਪਿਤਾ ਤੂੰ, ਮੇਰੀ ਮਾਂ ਤੂੰ,
मैं तेरे तो बिना किते जाना ही नहीं। गुरु नानक ने गल वकड़ी लई ते लहने ते अंगद किया। भाई लहने तो गुरु अंगद देव महाराज का रूप दिता। आखिर भाई कमली ने एक दिन महाराज जी ने हुक्म किया कि इंज कर, साडी ना तैयारी कर। हुण ये शब्द कहण दे विच बड़ा आसान जिहा है भी साडी तैयारी कर, पर जिस नूं ये शब्द किया होएगा ਉਹਦੇ ਤੇ ਕੀ ਬੀਤੀ ਹੋਏਗੀ ਉਸ ਵੇਲੇ, ਇਹਨੂੰ ਮੇਰੇ ਬੋਲ ਜਿਹੜੇ ਬਿਆਨ ਨਹੀਂ ਕਰ ਸਕਦੇ। ਕਿ ਸਾਨੂੰ ਕੋਈ ਸਧਾਰਨ ਜਿਹਾ ਸਾਡੇ ਪਰਿਵਾਰ ਦਾ ਸਧਾਰਨ, ਮੇਰਾ ਕਹਿਣ ਦਾ ਮਤਲਬ ਵੀ ਜਿਹਦਾ ਸਾਡੇ ਨਾਲ ਕੋਈ ਬਹੁਤਾ ਵੀ ਤਾਲੁਕਾਤ ਨਾ ਹੋਵੇ, ਉਹ ਵੀ ਕਹਦੇ ਵੀ ਮੈਂ ਸੰਸਾਰ ਤੋਂ ਚਲੇ ਜਾਣਾ, ਤਿਆਰੀ ਕਰੋ, ਤੇ ਸ਼ਾਇਦ ਸਾਡਾ ਮਨ ਭਰ ਆਉਂਦਾ। ਤੇ ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ 'ਚੋਂ ਇੰਨੀਆਂ ਬਖਸ਼ਿਸ਼ਾਂ ਲਈਆਂ ਹੋਣ, ਉਹ ਬਾਬਾ ਕਹਿ ਦੇ ਕਿ ਕਮਲੀਆ ਸਾਡੀ ਤਿਆਰੀ ਕਰ, ਹੁਣ ਅਸੀਂ ਸਰੀਰ ਦਾ ਓਹਲਾ ਕਰ ਜਾਣਾ ਹੈ। ਤੇ ਉਹਦੇ ਜੀਵਨ ਤੇ ਉਹਦੇ ਮਾਨਸਿਕਤਾ, ਮੈਨੂੰ ਲੱਗਦਾ ਵੀ ਉਹ ਤੇ ਸ਼ਾਇਦ ਚੱਕਰ ਖਾ ਗਿਆ ਹੋਏਗਾ ਉਸ ਵੇਲੇ, ਕੀ ਬੀਤਿਆ ਹੋਏਗਾ ਉਹਦੇ ਤੇ। ਪਰ ਗੁਰੂ ਕਾ ਹੁਕਮ ਹੈ, ਹੁਕਮ ਮੰਨਣਾ ਪੈਂਦਾ। ਭਾਈ ਕਮਲੀਏ ਨੇ ਤਿਆਰੀ ਸ਼ੁਰੂ ਕੀਤੀ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰਿਆਂ ਨੂੰ ਬੁਲਾਇਆ ਹੈ, ਪਰ ਨਹੀਂ ਆਏ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੁੱਤਰ ਹੀ ਨਹੀਂ ਆਏਗੇ। ਕਿਉਂਕਿ ਜਿਹੜਾ ਬਹੁਤ ਨੇੜਤਾ ਜਤਾ ਦਿੰਦਾ ਨਾ, ਉਹ ਕਈ ਵਾਰ ਨੇੜੇ ਹੋ ਕੇ ਵੀ ਗੁਰੂ ਤੋਂ ਦੂਰ ਹੋ ਜਾਂਦਾ ਹੈ। ਆਖਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੀ ਤਿਆਰੀ ਕੀਤੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ੀ ਤੇ ਨਾਲ ਹੀ ਹੁਕਮ ਕਰ ਦਿੱਤਾ ਕਿ ਪੁਰਖਾ ਤੂੰ ਖਡੂਰ ਸਾਹਿਬ ਚਲੇ ਜਾਈਂ। ਕਾਰਨ ਕੀ ਹੈ? ਇੱਥੇ ਰਵੇਂਗਾ ਤੇਰੇ ਨਾਲ ਈਰਖਾ ਹੋਏਗੀ। ਤੇ ਦੂਜੀ ਵੱਡੀ ਗੱਲ, ਜਿੰਨਾ ਵੀ ਇਤਿਹਾਸ ਅੱਜ ਤੱਕ ਪੜ੍ਹਿਆ, ਕਿਤੇ ਨਹੀਂ ਆਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ ਦਿੱਤੀ ਤੇ ਮਹਾਰਾਜ ਜੀ ਨੇ ਕੋਈ ਵਸੀਅਤ ਕੀਤੀ ਹੋਵੇ। ਕਰਤਾਰਪੁਰ ਸਾਹਿਬ ਕਿੰਨਾ ਵੱਡਾ ਹੈ, ਸਾਰਾ ਹੀ ਮਹਾਰਾਜ ਜੀ ਦੇ ਨਾਂ ਤੇ ਸੀ। ਕਿੱਡੀ ਵੱਡੀ ਧਰਮਸ਼ਾਲਾ, ਕਿੰਨੇ ਭਾਂਡੇ, ਕਿੰਨਾ ਕੁਛ ਸੀਗਾ ਉੱਥੇ, ਪਰ ਕੁਛ ਵੀ ਨਹੀਂ, ਇੱਕ ਕੌਲੀ ਤੱਕ ਨਹੀਂ ਦਿੱਤੀ ਗੁਰੂ ਅੰਗਦ ਦੇਵ ਮਹਾਰਾਜ ਨੂੰ। ਮਹਾਰਾਜ ਕਹਿੰਦੇ ਪੁਰਖਾ, ਮੇਰੇ ਪਰਿਵਾਰ ਦੇ ਜੀਆਂ ਦੀ ਨਜ਼ਰ ਇਹਨਾਂ ਭਾਂਡਿਆਂ ਤੇ ਆ, ਇਸ ਜ਼ਮੀਨ ਤੇ ਆ, ਇਸ ਧਰਮਸ਼ਾਲਾ ਤੇ ਆ, ਪਰ ਮੈਂ ਤੈਨੂੰ ਇਹਨਾਂ ਕੌਲੀਆਂ ਚਮਚਿਆਂ ਦੇ ਚੱਕਰ 'ਚ ਨਹੀਂ ਪਾਉਣਾਗਾ। ਨਹੀਂ ਤੇ ਹੋ ਸਕਦਾ ਜਿਵੇਂ ਗੁਰੂ ਘਰ ਦਾ ਗ੍ਰੰਥੀ ਸਾਰੀ ਉਮਰ ਭਾਂਡੇ ਹੀ ਗਿਣਦਾ ਰਹਿੰਦਾ, ਤੂੰ ਸਾਰੀ ਉਮਰ ਕਿਤੇ ਇਸੇ ਚੱਕਰ 'ਚ ਨਾ ਲੱਗਾ ਰਹੀਂ, ਤੇਰਾ ਮਾਰਗ, ਤੇਰੀ ਮੰਜ਼ਿਲ ਬਹੁਤ ਦੂਰ ਹੈ। ਇਸ ਕਰਕੇ ਗੁਰੂ ਨਾਨਕ ਨੇ ਕੋਈ ਜ਼ਮੀਨ ਨਹੀਂ, ਕੋਈ ਭਾਂਡਾ ਨਹੀਂ, ਕੋਈ ਮੰਜਾ ਬਿਸਤਰਾ, ਕੁਛ ਨਹੀਂ ਦਿੱਤਾ। ਇਹਨਾਂ ਸ਼ਬਦ ਕਹਿ ਦਿੱਤਾ, ਪੁਰਖਾ ਖਡੂਰ ਸਾਹਿਬ ਚਲਾ ਜਾਏ। ਬਸ ਗੁਰੂ ਅੰਗਦ ਦੇਵ ਮਹਾਰਾਜ ਬਖਸ਼ਿਸ਼ ਲਈ ਤੇ ਖਡੂਰ ਸਾਹਿਬ ਨੂੰ ਤੁਰ ਪਏ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਜਿਵੇਂ ਆਪਾਂ ਸਾਰੇ ਸੱਜ ਬੈਠੇ ਹਾਂ, ਇੰਝ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਰਿਆਂ ਦੇ ਦਰਮਿਆਨ ਇੱਕ, ਤੇ ਮਹਾਰਾਜ ਜੀ ਨੇ ਜ਼ਮੀਨ ਉੱਤੇ ਆਸਨ ਲਾਇਆ ਤੇ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜ਼ਮੀਨ ਦੇ ਉੱਤੇ ਸਰੀਰ ਕਰਕੇ ਦਾਤਾਰ ਪਾਤਸ਼ਾਹ ਜੀ ਲੇਟ ਗਏ ਨੇ। ਵੈਸੇ ਤੇ ਇਤਿਹਾਸ ਨੇ ਬੜੇ ਉੱਥੇ ਪੱਖ ਲਿਖੇ ਨੇ, ਮਹਾਰਾਜ ਸਰੀਰ ਛੱਡਦੇ, ਫਿਰ ਬੇਨਤੀ ਹੁੰਦੀ, ਫਿਰ ਮਹਾਰਾਜ ਉੱਠਦੇ ਨੇ, ਫਿਰ ਸਾਹਿਬਜ਼ਾਦੇ ਆਉਂਦੇ ਨੇ, ਫਿਰ ਉਹਨਾਂ ਦੇ ਨਾਲ ਬਚਨ ਬਿਲਾਸ ਹੁੰਦੇ ਨੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਇੰਨੀ। ਮੈਂ ਖੈਰ ਆਪ ਜੀ ਨਾਲ ਇੰਨਾ ਕੁ ਜ਼ਿਕਰ ਕਰ ਰਿਹਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਵੇਂ ਹੀ ਆਪਣਾ ਪੰਜ ਪੁੱਤਕ ਸਰੀਰ ਜਿਹੜਾ ਜ਼ਮੀਨ ਤੇ ਬਿਲਕੁਲ ਸਿੱਧੇ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਲੇਟ ਗਏ, ਕਿਸੇ ਨੂੰ ਕੁਛ ਨਹੀਂ ਪਤਾ ਲੱਗਦਾ, ਪਰ ਹਾਂ ਜਿਹੜੇ ਭਾਵਨਾ ਵਾਲੇ ਨੇ ਉਹਨਾਂ ਨੂੰ ਬੜਾ ਕੁਛ ਮਹਿਸੂਸ ਹੁੰਦਾ ਹੈ ਕਿ ਦੇਖਦਿਆਂ ਦੇਖਦਿਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਿਲਕੁਲ ਸਫੈਦ ਵਸਤਰ, ਚਿੱਟੀ ਚਾਦਰ ਆਪਣੇ ਤਨ ਦੇ ਉੱਤੇ ਲਈ ਹੈ। ਤੇ ਬਸ ਕੁਝ ਸਮੇਂ ਬਾਅਦ ਭਾਵਨਾ ਵਾਲਿਆਂ ਨੂੰ ਮਹਿਸੂਸ ਹੋਇਆ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਆਪਣਾ ਸਰੀਰ ਜਿਹੜਾ ਉਹ ਅੱਖਾਂ ਤੋਂ ਓਹਲੇ ਕਰ ਦਿੱਤਾ, ਤਿਆਗ ਦਿੱਤਾ। ਹੁਣ ਜਿਵੇਂ ਹੀ ਲੜਾਈ ਸ਼ੁਰੂ ਹੋਈ, ਉਹ ਹਿੰਦੂ ਕਹਿ ਰਹੇ ਅਸੀਂ ਸੰਸਕਾਰ ਕਰਾਂਗੇ, ਮੁਸਲਮਾਨ ਕਹਿ ਰਹੇ ਅਸੀਂ ਦਫਨਾਵਾਂਗੇ, ਪਰ ਇਤਿਹਾਸ ਵਾਰ-ਵਾਰ ਕੂਕ ਕੇ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਦੋਂ ਚਾਦਰ ਚੁੱਕੀ ਕੇਵਲ ਫੁੱਲ ਮਿਲੇ ਨੇ। ਬਸ ਮੈਂ ਸ਼ਬਦ ਸੰਕੋਚ ਕੇ ਇਹੀ ਕਵਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਹ ਫੁੱਲ ਅਖੀਰ ਜਿਹੜੇ ਮਿਲਦੇ ਨੇ, ਉਹ ਫੁੱਲ ਨਹੀਂ ਜਿਹੜੇ ਆਪਾਂ ਕਿਸੇ ਦੇ ਮਰਨ ਤੇ ਚੁਗਦੇ ਵੀ ਫੁੱਲ ਚੁਗਣ ਚੱਲੇ ਆ। ਅਸਲ ਫੁੱਲ ਜਿਹੜੇ ਸੁਗੰਧੀ ਵਾਲੇ ਫੁੱਲ ਨੇ। ਤੇ ਮਹਾਰਾਜ ਜੀ ਦਾ ਜੀਵਨ ਸਾਨੂੰ ਇਹੀ ਕੂਕ ਕੇ ਕਿਹਾ ਕਿ ਪੁਰਖਾ 70 ਸਾਲ ਦੇ ਜੀਵਨ ਦਰਮਿਆਨ ਤੁਹਾਨੂੰ ਖੁਸ਼ਬੂ ਦਿੱਤੀ ਹੈ, ਨਾਮ ਦੀ ਸੁਗੰਧੀ ਦਿੱਤੀ ਹੈ, ਤੇ ਸਿੱਖਾ ਜੇ ਮੇਰੇ ਦਰ ਤੇ ਆਉਣਾ ਹੈ ਤੇ ਨਾਮ ਦੀ ਸੁਗੰਧੀ ਨੂੰ ਮਾਣਿਆ ਕਰ। ਜਿਵੇਂ ਫੁੱਲਾਂ 'ਚੋਂ ਭੌਰਾ ਰਸ ਚੂਸਦਾ, ਇਸ ਤਰ੍ਹਾਂ ਸਤ ਸੰਗਤ ਵਿੱਚ ਨਾਮ ਦੀ ਸੁਗੰਧੀ ਨੂੰ ਮਾਣ ਤੇ ਆਪਣੇ ਜੀਵਨ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਨਾਮ ਰੂਪੀ ਰਸ ਜਿਹੜਾ ਹੈ, ਬੰਦਗੀ ਰੂਪੀ ਰਸ ਜਿਹੜਾ, ਇਹਨੂੰ ਚਖਣਾ ਕਰ, ਤਾਂ ਤੇਰਾ ਆਇਆ ਜਿਹੜਾ ਉਹ ਸਫਲ ਹੋ ਜਾਏਗਾ। ਆਉਂਦੇ ਤੇ ਸਾਰੇ ਲੋਕ ਹੀ ਆ ਸੰਸਾਰ ਤੇ, ਪਰ ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਮੁਖ ਬਣੀਐ। ਸੋ ਇਹ ਗੁਰੂ ਨਾਨਕ ਦੇਵ ਮਹਾਰਾਜ ਨੇ 70 ਸਾਲਾਂ ਦੇ ਦਰਮਿਆਨ ਸਾਡੀ ਝੋਲੀ 'ਚ ਜੋ ਪੈਗਾਮ ਪਾਇਆ, ਜੋ ਉਪਦੇਸ਼ ਦਿੱਤੇ, ਜੋ ਸਿਧਾਂਤ ਦਿੱਤੇ, ਸਾਡੀ ਬਹੁਤ ਖੁਸ਼ਕਿਸਮਤੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਹ ਬਾਣੀ ਅੱਜ ਵੀ ਸਾਡੇ ਕੋਲ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਸੁਸ਼ੋਭਿਤ ਹੈ। ਸਤਿਗੁਰਾਂ ਦੀ ਪ੍ਰਾਪਤੀ ਹੈ ਤੇ ਰੋਜ਼ ਬਾਣੀ ਪੜ੍ਹੀਏ, ਸਿਮਰਨ ਕਰੀਏ ਤੇ ਮਹਾਰਾਜ ਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰੀਏ। ਸੋ ਮੇਰਾ ਸਮਾਂ ਸੰਪੰਨ ਹੈ ਜੀ। ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਦੀ ਖਿਮਾ। ਦਾਤਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰ, ਸਮੁੱਚੇ ਪ੍ਰਬੰਧ ਦਾ, ਜਿਨ੍ਹਾਂ ਨੇ ਪਿਛਲੀ ਵਾਰ ਵੀ ਸੇਵਾ ਬਖਸ਼ੀ, ਇਸ ਵਾਰ ਵੀ ਲੰਮਾ ਅਰਸਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤਾ ਹੈ। ਸੋ ਸਮੇਂ ਸਮੇਂ ਆਪ ਜੀ ਦੇ ਚਰਨ ਪਰਸਾਂਗੇ ਜੀ। ਭੁੱਲਾਂ ਦੀ ਖਿਮਾ। ਆਓ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।